ਬਖਸ਼ਿਆ। ਫਤਿਹ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪੰਜਵਾ। ਸੰਤ ਜਨੋ ਮਿਲ ਭਾਈ ਹੋ ਸੱਚਾ ਨਾਮ ਸੰਭਾਲ। ਤੋਸਾ ਬੰਧ ਹੋ ਜੀ ਕਾ ਐਥੈ ਉਥੈ ਨਾਲ। ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ। ਕਰਮ ਪ੍ਰਾਪਤ ਤਿਸ ਹੋਵੇ ਜਿਸਨੋ ਹੋਏ ਦਇਆਲ। ਮੇਰੇ ਮਨ ਗੁਰ ਜੇਵਲ ਅਵਰ ਨ ਕੋਏ। ਦੂਜਾ ਥਾਉ ਨ ਕੋ ਸੁਝੈ ਗੁਰ ਮੇਲੈ ਸਚ ਸੋਏ ਰਹਾਉ। ਦੂਜਾ ਥਾਉ ਨ ਕੋ ਸੁਝੈ ਗੁਰ ਮੇਲੈ ਸਚ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਬਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਹਲਤ ਪਲਤ ਕੇ ਰੱਖਿਅਕ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 49 ਉੱਪਰ ਦੂਸਰਾ ਸ਼ਬਦ ਹੈ। ਇਸ ਪਵਿੱਤਰ ਸ਼ਬਦ ਰਾਹੀਂ ਪੰਜਵੇਂ ਪ੍ਰੀਤਮ ਬਖਸ਼ਿਸ਼ ਕਰਦੇ ਹਨ ਕਿ ਮਨੁੱਖਾ ਜੀਵਨ ਜੋ ਹੈ ਇਸ ਦੇ ਨਾਲ ਸਾਨੂੰ ਪਰਮੇਸ਼ਰ ਦੇ ਨਾਮ ਨਾਲ ਜੁੜਨ ਦਾ ਇੱਕ ਚਾਂਸ ਮਿਲਿਆ, ਸਮਾਂ ਮਿਲਿਆ। ਇਸ ਕਰਕੇ ਗੁਰਮੁਖੋ ਸੰਤ ਜਨੋ ਭਾਵ ਗੁਰਮੁਖੋ ਸਾਰਿਆਂ ਨੂੰ ਇਹ ਪਾਤਸ਼ਾਹ ਜੀ ਸੰਬੋਧਨ ਕਰਕੇ ਕਹਿੰਦੇ ਹਨ ਆਓ ਪਰਮੇਸ਼ਰ ਦੇ ਪਿਆਰਿਆਂ ਨਾਲ ਮਿਲ ਕੇ ਇਕੱਤਰ ਹੋ ਕੇ ਉਸ ਪਰਮੇਸ਼ਰ ਦੇ ਨਾਮ ਨੂੰ ਸੰਭਾਲਣਾ ਕਰੀਏ, ਇਕੱਤਰ ਕਰੀਏ, ਇਕੱਠਾ ਕਰੀਏ। ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਏ। ਗੁਰਮੁਖ ਬੈਸੋ ਸ਼ਫਾ ਵਿਛਾਏ ਦੁਬਿਧਾ ਦੂਰ ਕਰੋ ਲਿਵਲਾਏ। ਤੋ ਜੋ ਵੀ ਜ਼ਿੰਦਗੀ ਵਿੱਚ ਭਰਮ ਭੁਲੇਖੇ ਸ਼ੰਕੇ ਹਨ ਉਹਨਾਂ ਨੂੰ ਦੂਰ ਕਰੀਏ, ਦੁਬਿਧਾ ਨੂੰ ਦੂਰ ਕਰੀਏ ਇਕੱਤਰ ਹੋ ਕੇ। ਤਾਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਕੱਲ੍ਹ ਨੂੰ ਅਸੀਂ ਅਗਲੀ ਯਾਤਰਾ ਆਰੰਭ ਕਰਨੀ ਹੈ। ਆਪਾਂ ਯਾਤਰੀ ਹਾਂ, ਵਣਜਾਰੇ ਹਾਂ, ਗਵਾਲੇ ਹਾਂ। ਬਾਣੀ ਦੇ ਵਿੱਚ ਅਨੇਕਾਂ ਤਰ੍ਹਾਂ ਨਾਲ ਸਾਨੂੰ ਦੱਸਿਆ ਗਿਆ ਵਣਜਾਰਾ ਜਿਹੜਾ ਹੁੰਦਾ ਇਹ ਵਪਾਰੀ ਹੁੰਦਾ, ਇਹ ਵੀ ਚੱਲਦਾ ਰਹਿੰਦਾ ਕਦੇ ਕਿਤੇ ਕਦੇ ਕਿਤੇ। ਗਵਾਲਾ ਹੁੰਦਾ ਗਊਆਂ ਵਾਲੇ ਜਿਹੜੇ ਆਪਣੇ ਰਾਜਸਥਾਨੀ ਲੋਕ ਆਉਂਦੇ ਆ ਗਊਆਂ ਲੈ ਕੇ, ਉਹ ਵੀ ਟਿਕਦੇ ਨਹੀਂ, ਚੱਲਦੇ ਰਹਿੰਦੇ ਆ ਗਵਾਲੇ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ ਇਹ ਜੀਵ ਜਿਹੜਾ ਹੈ ਪਿਛਲੇ ਹਜ਼ਾਰਾਂ ਅਰਬਾਂ ਖਰਬਾਂ ਸਾਲਾਂ ਤੋਂ ਚੱਲਦਾ ਹੀ ਆ ਰਿਹਾ, ਯਾਤਰੀ ਹੈ। ਔਰ ਕੁਝ ਸਮੇਂ ਲਈ ਐਸ ਪੜਾਅ 'ਤੇ ਰੁਕੇ ਹਾਂ, ਧਰਤੀ 'ਤੇ ਮਨੁੱਖਾ ਜਨਮ ਵਿੱਚ ਰੁਕੇ ਹਾਂ। ਔਰ ਜਦੋਂ ਇਹ ਸਮਾਂ ਸਮਾਪਤ ਹੋ ਗਿਆ ਫਿਰ ਇੱਥੋਂ ਅਗਲੀ ਯਾਤਰਾ ਸ਼ੁਰੂ ਹੋਣੀ ਹੈ। ਔਰ ਯਾਤਰਾ ਦੌਰਾਨ ਕੁਝ ਰਸਤੇ ਦਾ ਖਰਚਾ, ਕੁਝ ਖੁਰਾਕ ਚਾਹੀਦੀ ਹੈ, ਖਾਣ ਪੀਣ ਦਾ ਸਮਾਨ ਚਾਹੀਦਾ। ਇਸ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਸੁਚੇਤ ਕਰਦੇ ਹਨ
ਕਿ ਇਹ ਜੀਵ ਆਤਮੇ ਦਾ ਖਰਚਾ ਲੈ ਲਾ। ਸਰੀਰ ਨੂੰ ਤਾਂ ਖੁਰਾਕ ਦੇ ਰਹੇ ਆ, ਸਰੀਰ ਨੇ ਤਾਂ ਸਾਡੇ ਨਾਲ ਓਨਾ ਚਿਰ ਰਹਿਣਾ ਜਿੰਨਾ ਚਿਰ ਅਸੀਂ ਇਹਦੇ ਵਿੱਚ ਬੈਠੇ ਹਾਂ, ਓਨਾ ਚਿਰ ਅਸੀਂ ਇਸ ਨੂੰ ਨੌਕਰੀ ਕਰਕੇ ਤਨਖਾਹ ਦੇ ਰਹੇ ਹਾਂ, ਖਰਚਾ ਦੇ ਰਹੇ ਹਾਂ। ਨੌਕਰੀ 9 ਦੁਆਰਿਆਂ ਦੇ ਰਾਹੀਂ ਕਦੇ ਦੇਖਣਾ ਮੰਗਦਾ, ਕਦੇ ਸੁਣਨਾ ਮੰਗਦਾ, ਕਦੇ ਬੋਲਣਾ ਮੰਗਦਾ, ਕਦੇ ਖਾਣਾ ਮੰਗਦਾ। ਇਹ ਸਾਰੀ ਸਾਡੇ ਸਰੀਰ ਦੀ ਖੁਰਾਕ ਹੈ ਤੇ ਸਰੀਰ ਨੂੰ ਦੇ ਰਹੇ ਹਾਂ। ਪਰ ਅਗਲੀ ਯਾਤਰਾ ਤੇ ਸਰੀਰ ਨੇ ਨਾਲ ਨਹੀਂ ਜਾਣਾ, ਇਕੱਲੇ ਜੀਵ ਆਤਮੇ ਨੇ ਜਾਣਾ ਹੈ। ਤੇ ਜੀਵ ਆਤਮਾ ਦੀ ਖੁਰਾਕ ਜਿਹੜੀ ਆ ਉਹ ਰੋਟੀਆਂ ਨਹੀਂ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਜੀਵ ਆਤਮੇ ਦਾ ਭੋਜਨ ਜਿਹੜਾ ਹੈ ਉਹ ਨਾਮ ਹੈ। ਤੋਸਾ ਬੰਧੋ ਜੀ ਕਾ, ਤੋਸਾ ਜਿਵੇਂ ਖੇਤ ਰੋਟੀ ਬੰਨ੍ਹ ਕੇ ਲਿਜਾਨੇ ਆ, ਇਸੇ ਤਰ੍ਹਾਂ ਹੀ ਤੋਸਾ ਇੱਕ ਮਠਿਆਈ ਦਾ ਨਾਮ ਹੁੰਦਾ ਹੈ। ਪਰ ਇਸੇ ਤੋਸੇ ਦਾ ਮਤਲਬ ਹੈ ਪਰਮੇਸ਼ਰ ਦਾ ਮਿੱਠਾ ਨਾਮ, ਜਿਸ ਦੀ ਸਾਨੂੰ ਅਗਲੀ ਯਾਤਰਾ ਵਿੱਚ ਲੋੜ ਪੈਣੀ ਹੈ। ਜੇ ਤੁਸੀਂ ਸੰਸਾਰ ਦੀ ਕੋਈ ਛੋਟੀ ਜਿਹੀ ਯਾਤਰਾ ਵੀ ਕਰਨ ਜਾਓ ਤਾਂ ਜੇਬ 'ਚ ਖਰਚਾ ਵੇਖਦੇ ਹੋ। ਲੰਮੀ ਯਾਤਰਾ ਹੋਵੇ, ਰਸਤੇ 'ਚ ਕਈ ਦਿਨ ਲੱਗਣੇ ਹੋਣ ਤਾਂ ਖੁਰਾਕ ਦਾ ਇੰਤਜ਼ਾਮ ਵੀ ਕਰਦੇ ਹੋ। ਪਰ ਇਹ ਜਿਹੜੀ ਯਾਤਰਾ ਹੈ ਜੀਵ ਆਤਮਾ ਦੀ ਪਰਮੇਸ਼ਰ ਵੱਲ ਜਾਣ ਵਾਲੀ, ਇਹਦੇ ਵਿੱਚ ਜਿਹੜੀ ਖੁਰਾਕ ਹੈ ਉਹ ਪਰਮੇਸ਼ਰ ਦਾ ਨਾਮ ਹੈ। ਇਸ ਕਰਕੇ ਤੋਸਾ ਬੰਧੋ ਜੀ ਕਾ, ਆਓ ਇਹ ਜੀਵ ਆਤਮੇ ਦੀ ਖੁਰਾਕ ਨਾਲ ਲੈ ਲਈਏ ਪਰਮੇਸ਼ਰ ਦਾ ਮਿੱਠਾ ਨਾਮ, ਤਾਂ ਕਿ ਅਗਲੀ ਯਾਤਰਾ ਸੌਖੀ ਹੋ ਜਾਵੇ। ਨਹੀਂ ਤਾਂ ਫਿਰ ਪਿਛਲੀ ਯਾਤਰਾ ਵੇਖ ਲਓ ਕਿੱਥੋਂ ਕਿੱਥੋਂ ਟੱਪ ਕੇ ਆਏ ਆਪਾਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਕਈ ਜਨਮ ਕੀੜੇ ਪਤੰਗੇ ਬਣੇ, ਕਈ ਜਨਮ ਹਾਥੀ ਘੋੜੇ ਬਲਦ ਬਣੇ, ਜਲ ਜੰਤੂ ਬਣੇ, ਥਲ ਜੰਤੂ ਬਣੇ। ਇਸ ਤਰ੍ਹਾਂ ਪਾਤਸ਼ਾਹ ਜੀ ਕਹਿੰਦੇ ਹੁਣ ਅਸੀਂ ਮਨੁੱਖ ਬਣੇ ਆ, ਤੇ ਮਨੁੱਖ ਬਣਾ ਕੇ ਪਰਮੇਸ਼ਰ ਨੇ ਸਾਨੂੰ ਕੁਝ ਸਮਾਂ ਦਿੱਤਾ ਵਿੱਚ ਤੂੰ ਇੱਥੇ ਰਹਿੰਦਾ ਹੋਇਆ ਗੁਰੂ ਨਾਲ ਮਿਲ ਜਾਵੇਂ, ਗੁਰੂ ਨੂੰ ਮਿਲ ਪਵੇਂ, ਤੇ ਗੁਰੂ ਤੈਨੂੰ ਲੱਗੀ ਹੋਈ ਚਾਹੁੰਦੀ ਤੋੜ ਕੇ ਤੈਨੂੰ ਤੇਰੇ ਘਰ ਦਾ ਰਸਤਾ ਦੱਸ ਦੇਵੇ, ਤਾਂ ਕਿ ਦੁਬਾਰਾ ਫਿਰ ਇਹਨਾਂ ਟੇਢੀਆਂ ਜੂਨਾਂ ਵਿੱਚ ਨਾ ਜਾਣਾ ਪਵੇ, ਕਿਤੇ ਯਾਤਰਾ ਪੁੱਠੀ ਨਾ ਸ਼ੁਰੂ ਹੋ ਜੇ। ਅਗਾਹਾਂ ਕੋ ਤਰਾਹੰਗ, ਅਗਾਹਾਂ ਚੱਲ, ਪਿਛਾਹਾਂ ਫੇੜ ਨਾ ਮੋਢੜਾ, ਪਿੱਛੇ ਨਾ ਮੁੜ ਜੀ ਕਿਤੇ। ਅਗਾਹਾਂ ਕੂ ਤਰਾਂਗ, ਅੱਗੇ ਚੱਲ ਪਰਮੇਸ਼ਰ ਦੇ ਘਰ ਵੱਲ। ਪਿਛਲਾ ਪਾਤਸ਼ਾਹ 84 ਲੱਖ ਜੂਨਾ, ਕਿਤੇ ਇੱਧਰ ਨੂੰ ਫੇਰ ਨਾ ਮੁੜ ਪਈ। ਅਗਾਹਾਂ ਕੂ ਤਰਾਂਗ, ਪਿਛਾਹਾਂ ਫੇਰ ਨਾ ਮੋਢੜਾ, ਸਿਜ ਅਵੇਹਾ ਵਾਰ, ਅੱਜ ਹੀ ਇਹ ਵਾਰੀ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ। ਇਸੇ ਵਾਰੀ 'ਚ, ਅਗਲੀ ਵਾਰੀ ਨਹੀਂ ਮਿਲਣੀ, ਉਹਦਾ ਖਿਆਲ ਨਾ ਕਰੀ। ਪਰ ਮਨੁੱਖ ਕਰਦਾ ਅੱਜ ਕੱਲ੍ਹ ਕਰਦੇ ਆ ਕਾਲ ਵਿਆਪੇ, ਅੱਜ ਜਪਾਂਗੇ ਕੱਲ੍ਹ ਜਪਾਂਗੇ, ਕੋਈ ਨਹੀਂ ਹਜੇ ਕੀ ਹੈ, ਹਜੇ ਤਾਂ ਜਵਾਨੀ ਆ, ਖਾਣ ਪੀਣ ਦਾ ਸਮਾਂ, ਬੁੜੇ ਹੋ ਕੇ ਅੰਮ੍ਰਿਤ ਛਕ ਲਾਂਗੇ। ਪੱਕਾ ਪਤਾ ਬੁੜੇ ਹੋ ਜਾਵਾਂਗੇ ਆਪਾਂ, ਕਹੋ ਸਤਨਾਮ ਸ੍ਰੀ, ਨਹੀਂ ਪਤਾ। ਪਤਾ ਨਹੀਂ ਕਿੱਥੇ ਮੌਤ ਖੜੀ ਸਾਨੂੰ ਉਡੀਕ ਰਹੀ ਹੈ। ਮਨੁੱਖ ਅੱਜ ਕੱਲ੍ਹ ਕਰਦੇ ਆ, ਮੌਤ ਦੇ ਹੱਥ ਆ ਜਾਂਦਾ ਹੈ। ਰਾਵਣ ਵੀ ਅਖੀਰ ਮਰਦਾ ਹੋਇਆ ਇੱਕ ਗੱਲ ਦੱਸ ਗਿਆ ਸੰਸਾਰ ਨੂੰ ਕਿ ਕਦੇ ਵੀ ਅੱਜ ਦਾ ਕੰਮ ਕੱਲ੍ਹ 'ਤੇ ਨਾ ਛੱਡਿਓ, ਕਹੋ ਸਤਨਾਮ ਸ੍ਰੀ। ਮੈਂ ਮੌਤ ਨੂੰ ਬੰਨ੍ਹ ਰਿਹਾ ਸੀ ਪਰ ਮਾਰ ਨਹੀਂ ਸਕਿਆ। ਸਾਰੇ ਦੇਵੀ ਦੇਵਤੇ ਬੰਨ੍ਹ ਲਏ ਸੀ, ਕੈਦ ਕਰ ਲਏ ਸੀ, ਆਪਣੇ ਗੁਲਾਮ ਬਣਾ ਲਏ ਸੀ, ਮੌਤ ਵੀ ਕਾਬੂ ਕਰ ਲਈ ਸੀ, ਪਰ ਮੈਂ ਮੌਤ ਨੂੰ ਮਾਰਨ ਦੀ ਘੋਲ ਕਰ ਗਿਆ। ਤੇ ਘੋਲ ਬੰਦੇ ਨੂੰ ਮਾਰਦੀ ਆ, ਕਿਸੇ ਵੀ ਕੰਮ ਦੀ ਘੋਲ ਮਾੜੀ ਆ। ਕੱਲ ਕਰਤਾ ਸੋ ਅਬ ਕਰ, ਅਬ ਕਰਤਾ ਸੋ ਤਾਲ। ਭਾਈ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋ ਕੱਲ ਨੂੰ ਕਰਨ ਦੀ ਸਲਾਹ ਉਹ ਅੱਜ ਕਰ ਲਾ, ਅਬ ਕਰਤਾ ਸੋ ਤਾਲ, ਜੋ ਹੁਣ ਕਰਨਾ ਹੈ ਉਹ ਹੁਣੇ ਕਰ ਲਾ। ਪਾਛਾ ਕਛੂ ਨਾ ਹੋਏਗਾ,
जब सिर पर आवे काल फिर कुछ नहीं बनना, जदों मौत ने संगी फड़ ली। जित दिहाड़े धन बरी साहे लए लिखाए, जिदे ये जीव आत्मे नूं, ये जीव इस्त्री नूं दुनिया विच भेजिया गया, इहदे विआह दा दिन भी लिख दिता गया। लड़की दा भी विआह दा दिन लिखिया जांदा, फिर वो दिन टस तो मस नहीं हुंदा, वो दिन आ ही जांदा। ते जिद्दे ए जीव इस्त्री नूं साडी शरीर विच भेजिया गया, उहदे इहदे भी वापस जाण दा दिन लिखिया गया, सवास लिखे गए। जित दिहाड़े धन वरी साहे लए लिखाए, मलक जे कन्नी सुनी दा, मलक भागो वर्गे अमीर लोक वड्डे वड्डे है कोई दिसदे, मलक जे कन्नी सुनी दा, मोह दिखालै आए दिखाओ कित्थे ने ओह जेड़े कहंदे सी मरना ही नहींगा। जिंद निमाणी कढिया हड्डां को कड़काए, धौण फड़ के हड्डां नूं तोड़ के कढ के लै जाणगे अगले। जिहड़ा दिन बन गया ना वो मुड़ के टलदा नहीं, कहो सतनाम श्री। जिंद निमाणी कढिया हड्डां को कड़काए, साहे लिखे ना चलनी। एक दिन भी अगे नहीं टपना, दिन तो बहुत वड्डा, 24,000 सवास आउंदे आ, एक सवास भी होर नहीं मिलना गा जब सवास मुक गए। साहे लिखे न चलनी, जिंदू को समझाए, अपनी जीव आत्मे नूं, अपने मन नूं समझा लो। जिंद वहोटी मरण वर, उस बच्चे बच्ची की तरह जिवें लड़का लड़की नूं विआह के लै जांदा है, भावें कि लड़की माँ प्यो दे भरावां दे भैणां दे गल ला के रोंदी है, पर रुक नहीं सकती, जाना ही पैना। जिंदू को समझाए, जिंद वहोटी मरण वर लै जासी परनाए, अपन हथी जोल के कह गल लगे धाए, आपे ही सदे आ परौणे, हुण उन्हां ने ले जाना ही आ। ते ए जीव आत्मा नूं भी कहंदे आ, फिर तू किहदे गल ला के रोवेंगी कि मैनू रख लो, किसी ने रखना नहीं, तैनूं जाना ही पैना। अपन हथी जोल के कह गल लगे धाए, वालों निक्की पुरसलात कन्नी ना सुनी आए। ते अगला रस्ता जिथों दी जाना है वो बड़ा बरीक आ, उत्थे तां आवाज़ भी मसां टपदी है, उत्थों दी जीव आत्मा नूं लंघना पैना। जे सौखा जाना तो गुरु नूं पुछ ला। वाल हो निक्की वाल तो बरीक, वाल हो निक्की पुरसलात कन्नी ना सुनी आए। वो रस्ता जिथों दी आवाज़ भी मसां टंगदी आ, क्योंकि आवाज़ बरीक तो बरीक थां चों लंघ जाती आ। इन्ना बरीक वो थां है। कबीर साहब जी कहते जिथों दी जीव ने लंघना है, वो रस्ता बड़ा संकुड़ा भीड़ा है, राई दसवें भाए। रस्ता इन्ना बरीक है, मन तो मैगल होए रहा ते मन हाथी बनया होया। हंकार दे विच जीव आत्मा साडा मन जिहड़ा है ये हाथी बनया होया। मुक्त द्वारा संकुरा, जिथों दी जीव आत्मा ने अपने मालक दे घर जाना है, बड़ा बरीक है, भीड़ा है। राई दसवें भाए, राई दे दाने दे 10 हिस्से कर लो, एक हिस्से जिन्ना। मन तो मैगल होए रहा, निकसिया क्यों कह जाए। फिर कबीर साहब नूं पुछया जी कोई सलाह दिओ किवें टप्पीए। कहंदे ऐसा सतगुर जे मिले तुठा करे पसाओ, गुरु नूं मिलो, गुरु वाले बनो। और जे गुरु तुहानूं मिल पवे और तुहाडे ते त्रुठ पवे, खुश हो जावे, ऐसा सतगुर जे मिले तुठा करे पसाओ, वो इहदा विस्तार कर देवेगा, रास्ता खुला कर देवेगा, तेरा रास्ता ही बदल देवेगा। उस रास्ते ही नहीं जाना पवेगा जिहड़ा भीड़ा रास्ता है। पुरसलात का पंथ दुहेला, संग न साथी गवन अकेला। उत्थे तो फिर पापी रूहां नूं टपाउंदे है। एक सुनियारा कोले संद हुंदा है, जिहदे विचों दी वो सोने की तार नूं पतली करदे है। पहला खुली मोरी बिजली टपाउंदे है, फिर बरीक तो बरीक मोरियां बिजली टपा के तारां नूं बरीक करदे है। ऐदां
ਜਮਦੂਤ ਉਹਨਾਂ ਬਰੀਕ ਰਸਤਿਆਂ ਵਿੱਚ ਦੀ ਧੂ ਕੇ ਲਿਜਾਂਦੇ ਆ, ਜੀਵ ਆਤਮੇ ਨੂੰ ਖਿੱਚ ਕੇ ਲਿਜਾਂਦੇ ਆ। ਐਸਾ ਸਤਿਗੁਰ ਜੇ ਮਿਲੇ ਤੁੱਠਾ ਕਰੇ ਪਸਾਓ, ਜੇ ਕਿਤੇ ਖੁਸ਼ ਹੋ ਜਾਵੇ ਤਰੁੱਠ ਜਾਵੇ, ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ, ਫਿਰ ਇਹ ਜੀਵ ਆਤਮਾ ਸਹਿਜੇ ਹੀ ਉਸ ਰਸਤੇ ਲੰਘਦੀ ਹੋਈ ਪਰਮੇਸ਼ਰ ਵਿੱਚ ਮਿਲ ਸਕਦੀ ਆ। ਤਾਂ ਤੇ ਆ ਸਿੱਖਾ ਸੰਤ ਜਨੋ ਮਿਲ ਭਾਈਓ, ਉਹ ਪਰਮੇਸ਼ਰ ਦੇ ਪਿਆਰਿਓ ਸੱਚਾ ਨਾਮ ਸੰਭਾਲ, ਆਓ ਪਰਮੇਸ਼ਰ ਦੇ ਨਾਮ ਨੂੰ ਸੰਭਾਲੀਏ, ਪਰਮੇਸ਼ਰ ਦੇ ਨਾਮ ਨੂੰ ਇਕੱਠਾ ਕਰੀਏ। ਤੋਸਾ ਬੰਧ ਹੋ ਜੀ ਕਾ ਐਥੈ ਓਥੈ ਨਾਲ, ਆਓ ਨਾਮ ਦੀ ਖੁਰਾਕ ਇਕੱਠੀ ਕਰ ਲਈਏ, ਜਿਹੜੀ ਇੱਥੇ ਵੀ ਕੰਮ ਦੇਵੇਗੀ ਉੱਥੇ ਵੀ ਕੰਮ ਦੇਵੇਗੀ। ਮਹਾਰਾਜ ਕਿੱਥੋਂ ਮਿਲੂਗਾ ਨਾਮ ਦਾ ਖਜ਼ਾਨਾ? ਤੇ ਪ੍ਰੀਤਮ ਕਹਿੰਦੇ ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ, ਪੂਰੇ ਗੁਰੂ ਨੂੰ ਮਿਲੋ, ਫਿਰ ਆਪਣੀਆਂ ਨਜ਼ਰਾਂ ਨਾਲ ਉਹ ਖਜ਼ਾਨਾ ਇਕੱਠਾ ਕਰੋ। ਕੋ ਸਤਨਾਮ ਸ੍ਰੀ। ਗੁਰੂ ਕਿਰਪਾ ਦ੍ਰਿਸ਼ਟੀ ਕਰ ਦੇਵੇ, ਜਦੋਂ ਗੁਰੂ ਦੀ ਸਵੱਲੀ ਨਜ਼ਰ ਸੋਡੇ ਤੇ ਪੈ ਗਈ, ਫਿਰ ਤੁਹਾਨੂੰ ਉਹ ਨਾਮ ਦੀ ਦਾਤ ਮਿਲ ਜਾਣੀ ਆ ਸਵੱਲੀ। ਜਦੋਂ ਗੁਰੂ ਵੱਲ ਹੋ ਗਿਆ, ਫਿਰ ਉਹ ਜਿਹੜੀ ਨਜ਼ਰ ਗੁਰੂ ਦੀ ਪੈ ਗਈ, ਨਾਨਕ ਨਜ਼ਰੀ ਨਜ਼ਰ ਨਿਹਾਲ ਕਰ ਦੇਣਾ ਤੁਹਾਨੂੰ। ਗੁਰਪੂਰੇ ਤੇ ਪਾਈ ਹੈ ਆਪਣੀ ਨਜ਼ਰ ਨਿਹਾਲ, ਕਰਮ ਪ੍ਰਾਪਤ ਤਿਸ ਹੋਵੇ। ਕਰਮ, ਇੱਥੇ ਕਰਮ ਦਾ ਮਤਲਬ ਕਿਰਪਾ ਹੈ। ਕਰਮ ਦੇ ਬਹੁਤ ਅਰਥ ਹੈ। ਕਰਮ ਦਾ ਮਤਲਬ ਕੰਮ ਕਰਨਾ ਵੀ ਹੈ, ਕਰਮ ਦਾ ਮਤਲਬ ਸਾਡੇ ਕੀਤੇ ਹੋਏ ਕੰਮਾਂ ਦਾ ਫਲ ਵੀ ਹੈ, ਕਰਮਾਂ ਦਾ ਫਲ। ਤੇ ਇੱਥੇ ਕਰਮ ਦਾ ਮਤਲਬ ਹੈ ਕਿਰਪਾ। ਇਹ ਗੁਰੂ ਦੀ ਕਿਰਪਾ ਜਿਹੜੀ ਹੈ, ਇਹ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਤੇ ਪਰਮੇਸ਼ਰ ਦਿਆਲ ਹੁੰਦਾ, ਜਿਨ੍ਹਾਂ ਤੇ ਪਰਮੇਸ਼ਰ ਮਿਹਰਬਾਨ ਹੋ ਜਾਂਦਾ ਨਾ, ਜਿਨ੍ਹਾਂ ਬਾਰੇ ਪਰਮੇਸ਼ਰ ਸੋਚਦਾ ਬਹੁਤ ਚਿਰ ਹੋ ਗਿਆ ਇਹਨੂੰ ਭਟਕਦੇ ਨੂੰ, ਹੁਣ ਮੈਂ ਆਪਣੇ ਕੋਲ ਬੁਲਾ ਲਵਾਂ। ਫਿਰ ਉਹਨਾਂ ਨੂੰ ਕਿਸੇ ਨਾ ਕਿਸੇ ਮਨੁੱਖ ਦੇ ਰਾਹੀਂ ਪ੍ਰੇਰ ਕੇ ਗੁਰੂ ਕੋਲੇ ਲੈ ਜਾਂਦਾ। ਗੁਰੂ ਫਿਰ ਸਾਖਿਆਤ ਉਹਨੂੰ ਰਸਤਾ ਦੱਸ ਦਿੰਦਾ ਹੈ। ਕਹੋ ਸਤਨਾਮ ਸ੍ਰੀ। ਕਰਮ ਪ੍ਰਾਪਤ ਤਿਸ ਹੋਵੇ ਜਿਸਨੂੰ ਹੋਏ ਦਿਆਲ, ਜਿਨ੍ਹਾਂ ਤੇ ਉਹ ਦਿਆਲ ਹੋ ਜਾਂਦਾ ਉਹ ਗੁਰੂ ਵਾਲੇ ਬਣ ਜਾਂਦੇ ਆ, ਉਹ ਗੁਰੂ ਕੋਲੇ ਪਹੁੰਚ ਜਾਂਦੇ ਆ। ਕੋਈ ਨਾ ਕੋਈ ਬਹਾਨਾ ਬਣ ਜਾਂਦਾ। ਜਿਵੇਂ ਤੁਸੀਂ ਜਦੋਂ ਪਹਿਲੇ ਦਿਨ ਗੁਰੂ ਘਰ ਆਏ ਜਾਂ ਗੁਰੂ ਕੋਲ ਆਏ, ਉਸ ਦਿਨ ਕੋਈ ਬਹਾਨਾ ਬਣਿਆ, ਚਾਹੇ ਤੁਹਾਡਾ ਕੋਈ ਪਰਿਵਾਰ ਦਾ ਮੈਂਬਰ ਤੁਹਾਨੂੰ ਬਚਪਨ 'ਚ ਲੈ ਆਇਆ, ਚਾਹੇ ਤੁਸੀਂ ਕਿਸੇ ਆਪਣੇ ਅੜੇ ਹੋਏ ਕੰਮ ਪਿੱਛੇ ਗੁਰੂ ਘਰ ਆ ਗਏ, ਵੀ ਜਦ ਉੱਥੋਂ ਨਹੀਂ ਬਣਿਆ ਸ਼ਾਇਦ ਉੱਥੋਂ ਬਣ ਜੇ। ਜਿਵੇਂ ਚੱਬੇ ਵਾਲੀ ਬੀਬੀ ਛੇਵੇਂ ਪਾਤਸ਼ਾਹ ਕੋਲ ਆਈ ਸੀ ਆਪਣੇ ਕੰਮ ਕਰਕੇ, ਮਹਾਰਾਜ ਬੱਚੇ ਦੀ ਦਾਤ ਬਖਸ਼ੋ, ਕਿਰਪਾ ਕਰੋ, ਲੰਮਾ ਸਮਾਂ ਹੋ ਗਿਆ। ਤੇ ਛੇਵੇਂ ਪਾਤਸ਼ਾਹ ਕਹਿੰਦੇ ਬੀਬੀ ਤੇਰੇ ਭਾਗਾਂ 'ਚ ਲਿਖਿਆ ਹੀ ਨਹੀਂਗਾ, ਮੈਂ ਕਿੱਥੋਂ ਦੇਵਾਂ, ਤੇਰੇ ਕਰਮਾਂ 'ਚ ਲਿਖਿਆ ਹੀ ਨਹੀਂਗਾ। ਮਹਾਰਾਜ ਇਹ ਗੱਲ ਤਾਂ ਸਾਰਿਆਂ ਨੇ ਕਹੀ, ਜਿੱਥੇ ਵੀ ਗਏ ਉਸੇ ਨੇ ਕਿਹਾ ਤੇਰੇ ਕਰਮਾਂ 'ਚ ਹੋਣਾ ਹੀ ਨਹੀਂ। ਕਹਿੰਦੇ ਫਿਰ ਠੀਕ ਹੈ ਬੀਬੀ, ਨਹੀਂ ਲਿਖਿਆ। ਉਹ ਬੀਬੀ ਪੁੱਠੀ ਮੁੜ ਗਈ। ਅੱਗੇ ਭਾਈ ਸਾਹਿਬ ਭਾਈ ਗੁਰਦਾਸ ਜੀ ਮਿਲ ਗਏ। ਕਹਿੰਦੇ ਬੀਬੀ ਕੀ ਗੱਲ ਆ, ਢਿੱਲਾ ਜਿਹਾ ਮੂੰਹ ਲੈ ਕੇ ਜਾ ਰਹੀ ਆ? ਕੀ ਦੱਸਾਂ ਵੀਰ, ਸਾਰੇ ਦਰਾਂ ਤੇ ਭਟਕ ਕੇ ਇੱਥੇ ਆਈ ਸੀ ਅੱਜ, ਵੀ ਸ਼ਾਇਦ ਉੱਥੋਂ ਖੈਰ ਪੈ ਜੇ, ਸਾਡੇ ਬੱਚਾ ਨਹੀਂ ਹੋਇਆਗਾ। ਪਾਤਸ਼ਾਹ ਨੂੰ ਬੇਨਤੀ ਕੀਤੀ ਪੁੱਤਰ ਦੀ ਦਾਤ ਬਖਸ਼ੋ, ਕਹਿੰਦੇ ਤੁਹਾਡੇ ਭਾਗਾਂ 'ਚ ਲਿਖਿਆ ਹੀ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਹੱਸ ਕੇ ਕਹਿੰਦੇ ਵਾਹ ਭੋਲੀਏ, ਤੈਨੂੰ ਇੰਨਾ ਵੀ ਨਹੀਂ ਪਤਾ ਕਿ ਲਿਖਣ ਵਾਲਾ ਇੱਥੇ ਹੀ ਬੈਠਾ ਹੈ। ਕਹੋ ਸਤਨਾਮ ਸ੍ਰੀ। ਥੋੜਾ ਬੀਬੀ ਦੀਆਂ ਅੱਖਾਂ ਚਮਕੀਆਂ, ਕੁਝ ਖੁਸ਼ੀ ਹੋਈ ਮਨ ਨੂੰ ਵੀ, ਯਾਰ ਗੱਲ ਬਣ ਜਾਣੀ ਆ। ਭਾਈ ਸਾਹਿਬ ਕਿਵੇਂ? ਕਹਿੰਦੇ ਬੀਬੀ ਜਿਹੜਾ ਤੈਨੂੰ ਕਹਿ ਰਿਹਾ ਤੇਰੇ ਕਰਮਾਂ 'ਚ ਲਿਖਿਆ ਨਹੀਂ, ਉਹੀ ਲਿਖਣ ਵਾਲਾ ਹੈ, ਉਹਨੂੰ ਬੇਨਤੀ ਕਰ ਲਿਖੇ। ਕਹਿੰਦੇ ਵੀਰਾ ਕਿਵੇਂ ਕਰਾਂ? ਭਾਈ ਗੁਰਦਾਸ ਜੀ ਕਹਿੰਦੇ ਭੈਣੇ ਹੁਣ ਤੂੰ ਕੱਲ ਨੂੰ ਆਈ, ਕੱਲ ਨੂੰ ਕਾਗਜ਼ ਕਲਮ ਤੇ ਸਿਆਹੀ ਲੈ ਕੇ ਆਈ, ਤੇਰੀ ਜੁਗਤੀ ਮੈਂ ਦੱਸੂਗਾ।
ਇਹ ਉਹ ਗੁਰਮੁਖ ਕੋਈ ਰੱਬ ਦਾ ਪਿਆਰਾ ਸਾਨੂੰ ਗੁਰੂ ਕੋਲੇ ਪਹੁੰਚਾ ਦਿੰਦਾ ਹੈ। ਤੇ ਉਹ ਬੀਬੀ ਦੂਜੇ ਦਿਨ ਆਈ ਕਾਗਜ਼ ਕਲਮ ਸ਼ਾਹੀ ਲੈ ਕੇ। ਪਹਿਲਾਂ ਭਾਈ ਗੁਰਦਾਸ ਨੂੰ ਮਿਲੀ। ਹਾਂ ਦੱਸੋ ਭਾਈ ਸਾਹਿਬ ਹੁਣ ਕੀ ਕਰਾਂ? ਉਹ ਕਹਿੰਦੇ ਹੁਣ ਜਾਓ ਗੁਰੂ ਸਾਹਿਬ ਕੋਲ, ਉਹਨਾਂ ਨੂੰ ਬੇਨਤੀ ਕਰੋ, ਮਹਾਰਾਜ ਕਰੋ ਕਿਰਪਾ, ਇੱਕ ਪੁੱਤਰ ਦੀ ਦਾਤ ਬਖਸ਼ ਦਿਓ। ਤੈਨੂੰ ਫਿਰ ਕਹਿਣਗੇ ਲਿਖਿਆ ਨਹੀਂ, ਤੂੰ ਕਾਗਜ਼ ਮੂਹਰੇ ਕਰਕੇ ਕਹਿ ਦੀ ਫਿਰ ਤੁਸੀਂ ਲਿਖਣਾ ਸੀ ਉੱਥੇ ਵੀ, ਤੇ ਇੱਥੇ ਹੁਣ ਤੁਸੀਂ ਲਿਖ ਦਿਓ, ਉੱਥੇ ਲਿਖਿਆ ਹੁਣ ਲਿਖ ਦਿਓ। ਤੋਸਾ ਬੰਧੋ ਜੀ ਕਾ ਇੱਥੇ ਉੱਥੇ ਨਾਲ, ਜਿਹੜਾ ਦੋਨਾਂ ਜਹਾਨਾਂ ਵਿੱਚ ਕੰਮ ਦਿੰਦਾ ਹੈ। ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਬੀਬੀ ਚੱਬੇ ਵਾਲੀ ਫੇਰ ਗਈ ਪਾਤਸ਼ਾਹ ਕੋਲ। ਕਹਿੰਦੇ ਕੁਦਰਤੀ ਪਾਤਸ਼ਾਹ ਘੋੜੇ ਤੇ ਸਵਾਰ ਹੋ ਕੇ ਕਿਧਰੇ ਜਾ ਰਹੇ ਸੀ, ਤੇ ਇਹਨੇ ਜਾ ਅੱਗੋਂ ਰੋਕਿਆ, ਬੇਨਤੀ ਕੀਤੀ, ਪਾਤਸ਼ਾਹ ਕਰੋ ਕਿਰਪਾ। ਕੀ ਗੱਲ ਆ ਭਾਈ? ਪਾਤਸ਼ਾਹ ਬੇਨਤੀ ਆ ਪੁੱਤਰ ਦੀ ਦਾਤ ਬਖਸ਼। ਪਾਤਸ਼ਾਹ ਕਹਿੰਦੇ ਬੇਟਾ ਤੈਨੂੰ ਕੱਲ ਵੀ ਕਿਹਾ ਸੀਗਾ, ਤੇਰੇ ਭਾਗਾਂ 'ਚ ਲਿਖਿਆ ਹੀ ਨਹੀਂ, ਹੁਣ ਅਸੀਂ ਕੀ ਕਰੀਏ? ਤੇ ਕੱਢ ਕੇ ਕਾਗਜ਼ ਕਲਮ ਸਿਆਹੀ ਸਾਹਮਣੇ ਕਰਕੇ ਕਹਿੰਦੀ ਪਾਤਸ਼ਾਹ ਉਦੋਂ ਨਹੀਂ ਲਿਖਿਆ ਹੁਣ ਲਿਖ ਦਿਓ। ਪਾਤਸ਼ਾਹ ਹੱਸ ਪਏ ਵੀ ਤੈਨੂੰ ਕਿਹਨੇ ਦੱਸਤਾ ਵੀ ਮੈਂ ਹੀ ਲਿਖਣਾ ਸੀ? ਕਹੋ ਸਤਿਨਾਮ ਸ੍ਰੀ। ਹੱਸ ਪਏ। ਭਾਵ ਗੁਰਮੁਖ ਰਾਹੀਂ ਅਸੀਂ ਕਿਸੇ ਨਾ ਕਿਸੇ ਸੰਸਾਰੀ ਮਨੁੱਖ ਦੇ ਰਾਹੀਂ, ਗੁਰਮੁਖ ਦੇ ਰਾਹੀਂ, ਗੁਰਸਿੱਖ ਦੇ ਰਾਹੀਂ, ਕਿਸੇ ਪਰਿਵਾਰਕ ਮੈਂਬਰ ਰਾਹੀਂ ਗੁਰੂ ਕੋਲੇ ਪਹੁੰਚ ਜਾਂਦੇ ਆ। ਫਿਰ ਗੁਰੂ ਸਾਡੇ ਕਰਮਾਂ ਦੀ ਕਲਮ ਚਲਾਉਂਦਾ, ਕਿਰਪਾ ਦੀ ਕਲਮ ਚਲਾਉਂਦਾ। ਭਾਈ ਗੁਰਦਾਸ ਦੇ ਰਾਹੀਂ ਉਹ ਬੀਬੀ ਪਹੁੰਚ ਗਈ ਪਾਤਸ਼ਾਹ ਕੋਲ, ਤੇ ਪਾਤਸ਼ਾਹ ਨੇ ਫੜਿਆ ਕਾਗਜ਼ ਕਲਮ, ਲਿਖਣ ਲੱਗੇ। ਇਹ ਤਾਂ ਇੱਕ ਪੁੱਤਰ ਮੰਗ ਰਹੀ ਸੀ, ਪਰ ਪਾਤਸ਼ਾਹ ਨੇ ਸੋਚਿਆ ਹੁਣ ਕਿੱਥੇ ਵਾਰ-ਵਾਰ ਮੰਗਦੀ ਫਿਰੇਗੀ। ਗੁਰਬਾਣੀ ਦਾ ਜਿਹੜਾ ਏਕ ਹੈ ਨਾ, ਇਹ ਜਦ ਪਾਉਣੀ ਹੈ ਇਹਦੀ ਪੂਛ ਪਛਾਣ ਨੂੰ ਜਾਂਦੀ ਹੈ, ਜੀ ਗਾਂਹ ਨੂੰ ਕਰ ਦਈਏ ਤੇ ਸਾਤਾ ਬਣ ਜਾਂਦਾ ਹੈ। ਤੇ ਪਾਤਸ਼ਾਹ ਜੀ ਪਾ ਕਰਕੇ ਉਹ ਏਕੇ ਤੋਂ ਸਾਤਾ। ਕਹਿੰਦੇ ਲੈ ਬੀਬੀ ਇੱਕ ਨਹੀਂ 7 ਪੁੱਤਰ ਹੋਣਗੇ ਤੇਰੇ। ਉਹ ਕਹਿਣ ਲੱਗੀ ਵਾਹ ਮਾਰੇ, ਕਦੇ ਕਹਿੰਦੇ ਸੀ ਇੱਕ ਵੀ ਨਹੀਂ ਹੈਗਾ, ਅੱਜ 7 ਹੋ ਗਏ। ਮਾਗੋ ਵਾਹ ਖੁਸ਼ ਹੋ ਗਈ। ਪਰ ਨਾਲ ਹੀ ਸਤਿਗੁਰੂ ਕਹਿੰਦੇ ਇੱਕ ਪੁੱਤਰ ਤੂੰ ਰੱਖ ਲਈ, 6 ਪੁੱਤਰ ਸਾਨੂੰ ਦੇ ਦੀ, ਜੰਗਾਂ 'ਚ ਬੜੀ ਲੋੜ ਆ। ਉਹ ਕਹਿੰਦੀ ਮਹਾਰਾਜ ਤੁਸੀਂ ਤਾਂ ਦਾਤੇ ਹੋ, ਅਸੀਂ ਮੰਗਤੇ, ਅਸੀਂ ਕੀ ਦੇ ਸਕਦੇ ਹਾਂ? ਮੈਂ ਤਾਂ ਨਹੀਂ ਦੇ ਸਕਦੀ ਤੁਹਾਨੂੰ। ਪਾਤਸ਼ਾਹ ਹੱਸ ਪਏ, ਪਤਾ ਵੀ ਗ੍ਰਸਤੀ ਲੋਕਾਂ ਨੂੰ ਬੱਚਿਆਂ ਦੀ ਜ਼ਰੂਰਤ ਹੈ। ਤਾਂ ਪਾਤਸ਼ਾਹ ਕਹਿਣ ਲੱਗੇ ਚੱਲ ਕੋਈ ਗੱਲ ਨਹੀਂ, ਫਿਰ ਗੁਰਪੁਰਬਾਂ ਦਿਹਾੜਿਆਂ ਤੇ ਸਾਰੇ ਆ ਜਾਇਆ ਕਰੋ। ਹਾਂ ਜੀ ਕਹਿੰਦੇ ਉਦੋਂ ਸਾਰੇ ਆਇਆ ਕਰਾਂਗੇ। ਕਹਿੰਦੀ ਮੈਨੂੰ ਤਾਂ ਸੱਤਾਂ ਨਾਲ ਸਰਦਾ ਹੀ ਨਹੀਂ ਹੁਣ। ਇੱਕ ਰੋਟੀ ਲੈ ਕੇ ਜਾਊਗਾ, ਇੱਕ ਤੜਕੇ ਉੱਠ ਕੇ ਜਾਊਗਾ, ਇੱਕ ਪਾਣੀ ਲਾਉਣ ਜਾਊਗਾ, ਇੱਕ ਸੱਥ 'ਚ ਬੈਠੂਗਾ, 100 ਸਾਰਿਆਂ ਦੇ ਕੰਮ ਗਿਣਾ ਤੇ। ਤੂੰ ਇਸ ਕਰਕੇ ਪਾਤਸ਼ਾਹ ਜੀ ਨੇ ਕਿਰਪਾ ਸਦਕਾ ਕਰਮ ਪ੍ਰਾਪਤ ਤਿਸ ਹੋਵੇ ਜਿਸਨੋ ਹੋਏ ਦਿਆਲ ਮਨ ਮੇਰੇ, ਗੁਰ ਜੇਵੜ ਅਵਰ ਨਾ ਕੋਏ, ਤਾਂ ਤੇ ਗੁਰੂ ਵਰਗਾ ਕੋਈ ਨਹੀਂ। ਦੇਖੋ ਗੁਰੂ ਕਿਰਪਾ ਕਰਦਾ, ਜਦ ਕੀੜਾ ਥਾਪਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ। ਜਦ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ ਤੇ ਸਤਿਗੁਰੂ ਰਾਮਦਾਸ ਜੀ ਕਹਿੰਦੇ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਸਾ ਵਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸਾਂ ਕੀੜੇ ਹਮ ਥਾਪੇ। ਕਿਉਂਕਿ ਇਹਨਾਂ ਦੇ ਮਾਤਾ ਪਿਤਾ ਪਹਿਲਾਂ ਗੁਜ਼ਰ ਗਏ ਛੋਟੇ ਹੁੰਦਿਆਂ ਦੇ, ਫਿਰ ਨਾਨਕੇ ਘਰ ਪਲੇ, ਫਿਰ ਕਿਸੇ ਬਹਾਨੇ ਸੰਗਤ ਦੇ ਨਾਲ ਗੋਇੰਦਵਾਲ ਸਾਹਿਬ ਆ ਗਏ। ਉੱਥੇ ਬੌਲੀ ਸਾਹਿਬ ਦੀ ਸੇਵਾ 'ਚ ਲੱਗ ਗਏ। ਸੇਵਾ ਕਰਦਿਆਂ ਕਰਦਿਆਂ ਇਹਨਾਂ ਤੇ ਗੁਰੂ ਅਮਰਦਾਸ ਜੀ ਦੀ ਨਜ਼ਰ ਪੈ ਗਈ। ਗੁਰਪੂਰੇ ਤੇ ਪਾਈ ਹੈ ਆਪਣੀ ਨਜ਼ਰ ਨਿਹਾਲ, ਗੁਰੂ ਦੀ ਕਿਰਪਾ ਦ੍ਰਿਸ਼ਟੀ ਪੈ ਗਈ। ਇੱਕ ਦਿਨ ਜਦ ਕਿਰਪਾ ਦ੍ਰਿਸ਼ਟੀ ਪਈ ਤੇ ਜਿੱਥੇ ਉਹਨਾਂ ਦੀ ਸ਼ਾਦੀ ਕੀਤੀ ਬੀਬੀ ਭਾਨੀ ਆਪਣੀ ਲੜਕੀ ਦੇ ਨਾਲ, ਉੱਥੇ ਉਹਨਾਂ ਨੂੰ ਗੁਰਤਾ ਗੱਦੀ ਵੀ ਦੇ ਦਿੱਤੀ, ਰਾਜ ਭਾਗ ਵੀ ਸੌਂਪ ਦਿੱਤਾ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ, ਮੈਨੂੰ ਕੀੜੇ ਨੂੰ ਰਾਜਾ ਬਣਾਤਾ। ਤੇ ਭਾਈ ਗੁਰਦਾਸ ਜੀ ਸਿਫਤ ਕਰਦੇ ਨੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਦਿੱਤਾ ਲਈਏ ਆਪਣਾ ਅਣ ਦਿੱਤਾ ਕਿਛ ਹੱਥ ਨ ਆਵੇ,
मेरे प्रीतम जी कहते मन मेरे गुर जेवड़ अवर न कोई, आ गुरु नूं मिलिए, गुरु वर्गा कोई नहीं है। इस तरह मेरे प्रीतम जी बख्शिश करते हैं अगे, दूजा थाओ ना को सुझै, कोई होर थां दस दिओ। जिवें चब्बे वाली बीबी सारे थावां ते जाके अखीर छेवें पातशाह कोल आई, तो गुरु प्यारे उस तरह होर कोई थां है ही नहीं। दूजा थाओ ना को सुझै, गुर मेले सच सोए। गुरु कृपा करके सानू उस सच की आवाज़ नाल परमेश्वर नाल मिला सकदा है, साडे जीव आत्मे अंदर सच नूं बिठा सकदा है। गुरु कृपा करके रहाओ। सगल पदार्थ तिस लगै, जिन गुर डिठा जाए। सगल पदार्थ तिस मिले, जिन्हें गुरु के दर्शन कर लए उन्होंने सब कुछ मिल गया। अज का पवित्र दिहाड़ा छेवें पातशाह जी के गुरता गद्दी के दिवस के रूप के विच भी मनाया जा रहा है। क्योंकि जिस वेले गुरु अर्जन देव जी की शहीदी हुई, उस वेले आके जब सिखा ने दसिया कि उन्होंने चंदू ने शहीद कर दिता है, तो पातशाह जी ने फिर सारी गल पूछी, तो नाल ही उन्होंने भी सुनेहा दिता कि उन्हों का हुक्म है आप जी नूं शरीर त्यागण तो पहला गुरु अर्जन देव जी ने कहा सी कि हुण हरगोबिंद नूं कह दिओ शस्त्रधारी हो जावे। गुरता गद्दी उन्होंने दे दिओ, शस्त्र धारण कर लवे, हुण शस्त्रां बिना नहीं सरना। चौकार अज हम हील ते दरग जस्त, हलाल अस्त बुरदन वा शमशीर दस्त। इस करके बथेरा समझा के देख लिया, दुनिया नूं नहीं मनदी, हुण शस्त्र चक लो। तो फिर दो तलवारी बधियां, एक मीरी दी, एक पीरी दी, एक अजमा दी, एक राज दी, एक राखी करे वजीरी दी। धन गुरु हरगोबिंद साहब जी पातशाह जी फिर दो तलवारां पहन के गुरता गद्दी ते विराजमान होए, तिलक दिता गया। अज का पवित्र दिहाड़ा सतगुरु पातशाह जी बख्शिश करते हैं, दूजा थाओ ना को सुझै, गुरु तो बगैर होर कोई टिकाणा नहीं है। गुर मेले सच सोए, गुरु दे कोलों ही सारियां दातां मिल सकदियां। गुरु ही सानू परमेश्वर नाल भी मिला सकदा है। गुरु गुरु गुर करमन मोर, गुरु बिना मैं नाही होर। गुर की टेक रहो दिन रात, जाकी कोई न मेटै दात। रहाओ सगल पदार्थ तिस मिलै, जिन गुर डिठा जाए। जिन्हां ने गुरु दे दर्शन कर लए, पातशाह जी कहते उन्होंने सारे पदार्थ प्राप्त हो गए। उन्होंने सारे पदार्थ प्राप्त हो गए, उन्होंने सारियां दातां मिल गईयां जिहड़े गुरु नूं मिल पे। बाबा फरीद जी कहते आप सवारे मैं मिलै, मैं मिलिया सुख होए। जे तू मेरा होए रहे, सब जग तेरा होए। गुर चरनी जिन मन लगा, से वड भागी सोए। जिन्हां दा मन गुरु दे चरनां नाल लग गया, गुर चरनी जिन मन लगा, से वड भागी माए। हे माता, वो वड्डे भागां वाले हन जिहड़े गुरु दे चरनां नाल लग गए। गुरदाता समरथ गुर, गुर सब मैं रहा समाए। गुरु दाता देने वाला है, गुरु सर्व कला समर्थ है। और जिस तरह परमेश्वर सारियां विच है, इवें गुरु भी सारियां विच समाया होया। एक थां ते रहिंदा, हर थां बारे जानदा है। जिस तरह श्री अमृतसर साहिब दे विच एक बाजार है, बाजार माई सेवा। ये माई सेवा का पुत्र कश्मीर तो छेवें पातशाह जी के चरणों च आया सी, और छेवें पातशाह जी के कोलों ये दात लैके गया। नाम दी जब पिंड गया वापस, हुण इहदा जीवन बदलिया होया सी।
ਮਾਤਾ ਨੇ ਪੁੱਛਿਆ, ਬੇਟਾ ਤੈਨੂੰ ਕੀ ਹੋ ਗਿਆ, ਤੂੰ ਇੰਨਾ ਕਿਵੇਂ ਬਦਲ ਗਿਆ? ਤੇ ਉਸਨੇ ਛੇਵੇਂ ਪਾਤਸ਼ਾਹ ਜੀ ਦੀ ਮਹਿਮਾ ਕੀਤੀ। ਮਾਤਾ ਕਹਿਣ ਲੱਗੀ, ਪੁੱਤਰ ਮੈਨੂੰ ਵੀ ਮਿਲਾ, ਐਸੇ ਗੁਰੂ ਨੂੰ ਮੈਂ ਵੀ ਮਿਲਣਾ ਚਾਹੁੰਦੀ ਹਾਂ। ਹੁਣ ਉਬੜ ਖਾਬੜ ਰਸਤਾ ਸੀ ਕਸ਼ਮੀਰ ਦਾ, ਉਹ ਤਾਂ ਬਹੁਤਾ ਹੀ ਭੈੜਾ ਸੀ, ਪਹਾੜੀ ਰਸਤਾ। ਬੱਚਾ ਕਹਿਣ ਲੱਗਿਆ, ਮਾਤਾ ਤੂੰ ਬੁੱਢੀ ਹੋ ਗਈ ਆ, ਹੁਣ ਤੂੰ ਘਰੇ ਬੈਠ ਕੇ ਯਾਦ ਕਰ ਲੈ, ਇੱਥੇ ਆਪੇ ਹੀ ਆ ਜਾਣਗੇ, ਉਹ ਸਭ ਜਾਣਦੇ ਆ। ਗੁਰ ਦਾਤਾ ਸਮਰੱਥ ਗੁਰ ਗੁਰ ਸਭ ਮੈਂ ਰਿਹਾ ਸਮਾਏ। ਉਹ ਦਾਤਾਂ ਦੇਣ ਵਾਲਾ ਸਮਰੱਥ ਹੈ, ਹਰ ਥਾਂ ਬਾਰੇ ਜਾਣਦਾ, ਹਰੇਕ ਦੇ ਹਿਰਦੇ ਬਾਰੇ ਜਾਣਦਾ। ਹੁਣ ਕੀ ਹੋਇਆ, ਉਹ ਮਾਤਾ ਆਪਣੇ ਘਰ ਬੈਠ ਕੇ ਪਾਤਸ਼ਾਹ ਨੂੰ ਯਾਦ ਕਰਨ ਲੱਗੀ। ਇਸ ਨੇ ਇੱਕ ਖੱਦਰ ਬੁਣਿਆ ਹੱਥੀਂ ਬਰੀਕ, ਇੱਕ ਪਲੰਘਾ ਲਾ ਦਿੱਤਾ, ਜਦੋਂ ਮੇਰੇ ਮਾਲਕ ਆਉਣਗੇ ਦੇ ਉੱਤੇ ਬਿਠਾਵਾਂਗੀ। ਤੇ ਅਖੀਰ ਛੇਵੇਂ ਪਾਤਸ਼ਾਹ ਨੂੰ ਖਿੱਚ ਪਈ ਤੇ ਕਸ਼ਮੀਰ ਦੀ ਯਾਤਰਾ ਆਰੰਭ ਕਰ ਦਿੱਤੀ। ਤੇ ਉਸ ਮਾਈ ਸੇਵਾ ਦੇ ਬਾਰ ਵੀ ਜਾ ਕੇ ਆਵਾਜ਼ ਮਾਰੀ। ਉਹ ਸਿੱਖ ਜਿਹੜਾ ਇਹਨਾਂ ਦਾ ਬੱਚਾ ਸਿੱਖ ਬਣ ਕੇ ਗਿਆ ਸੀ, ਉਹਨੇ ਵੇਖਿਆ ਗੁਰੂ ਸਾਹਿਬ ਆ ਗਏ, ਬਾਹਰ ਆਇਆ ਔਰ ਮਾਤਾ ਨੇ ਦੱਸਿਆ ਮਾਤਾ ਜੀ ਨੂੰ ਯਾਦ ਕਰਦੀ ਸੀ, ਆ ਗਏ ਅੱਜ। ਮਾਤਾ ਨੇ ਨਮਸਕਾਰ ਕੀਤੀ, ਪਾਤਸ਼ਾਹ ਨੂੰ ਅੰਦਰ ਲਿਜਾ ਕੇ ਪਲੰਘੇ ਤੇ ਬਿਠਾਇਆ। ਮਾਤਾ ਸਿਮਰਨ ਦੇ ਵਿੱਚ ਯਾਦ ਦੇ ਵਿੱਚ ਔਲੀ ਬੌਲੀ ਹੋ ਗਈ ਸੀ। ਦੁਨੀਆ ਮਜ਼ਾਕ ਕਰਦੀ ਸੀ ਵੀ ਗੁਰੂ ਸਾਹਿਬ ਉਬੜ ਖਾਬੜ ਰਸਤੇ 'ਚੋਂ ਚੱਲ ਕੇ ਇਹਨੂੰ ਮਿਲਣ ਆਉਣਗੇ, ਪਰ ਨਹੀਂ, ਗੁਰੂ ਨੂੰ ਕੋਈ ਪਿਆਰ ਨਾਲ ਯਾਦ ਕਰਦਾ ਤੇ ਫਿਰ ਕੁਛ ਵੀ ਹੋਵੇ ਗੁਰੂ ਪਹੁੰਚਦਾ ਹੀ ਪਹੁੰਚਦਾ। ਤੇ ਜੇ ਗੁਰੂ ਆ ਗਏ ਤੇ ਫਿਰ ਇਹ ਮਾਈ ਉਹਨਾਂ ਨੂੰ ਕੀ ਖਵਾਵੇਗੀ? ਘਰ ਵਿੱਚ ਗਰੀਬੀ ਹੈ ਤੇ ਗੁਰੂ ਸਮਰੱਥ ਆ, ਉੱਥੇ ਸਾਰਾ ਕੁਝ ਆਪੇ ਪੈਦਾ ਕਰ ਲੈਂਦਾ। ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਪਹੁੰਚ ਗਏ। ਮਾਤਾ ਨੇ ਨਮਸਕਾਰ ਕੀਤੀ, ਅੰਦਰ ਲਿਜਾ ਕੇ ਪਲੰਘੇ ਤੇ ਬਿਠਾਇਆ, ਪ੍ਰਸ਼ਾਦਾ ਤਿਆਰ ਹੋ ਗਿਆ। ਫਿਰ ਉਸ ਇਲਾਕੇ ਦੀ ਸੰਗਤ ਵੀ ਉੱਥੇ ਮਿਲਣ ਆਉਣ ਲੱਗੀ। ਫਿਰ ਉਹਦੇ ਘਰ ਹੀ ਲੰਗਰ ਚੱਲ ਪਿਆ। ਕਈ ਦਿਨ ਉੱਥੇ ਬਤੀਤ ਕੀਤੇ ਪਾਤਸ਼ਾਹ ਜੀ ਨੇ। ਅਖੀਰ ਚਾਲੇ ਪਾਉਣ ਲੱਗੇ ਤੇ ਮਾਤਾ ਨੂੰ ਕਹਿੰਦੇ, ਬੇਬੇ ਕੁਝ ਮੰਗ ਲੈ। ਕਹਿਣ ਲੱਗੀ, ਪਾਤਸ਼ਾਹ ਮੈਂ ਇੱਕੋ ਹੀ ਮੰਗਦੀ ਹਾਂ ਕਿ ਜਦੋਂ ਮੈਂ ਸਰੀਰ ਛੱਡਾਂ ਤਾਂ ਮੇਰਾ ਸਿਰ ਤੁਹਾਡੇ ਚਰਨਾਂ 'ਚ ਹੋਵੇ। ਹਰਗੋਬਿੰਦ ਸਾਹਿਬ ਕਹਿੰਦੇ, ਫਿਰ ਮੈਂ ਰੁਕ ਜਾਣਾ, ਤੇਰਾ ਥੋੜਾ ਸਮਾਂ ਬਾਕੀ ਹੈ, ਫਿਰ ਮੈਂ ਰੁਕ ਜਾਣਾ, ਕੁਝ ਸਮਾਂ ਹੋਰ ਰੁਕੇ ਸਤਿਗੁਰੂ। ਤੇ ਜਦ ਮਾਈ ਦਾ ਆਖਰੀ ਸਮਾਂ ਆਇਆ, ਅੰਮ੍ਰਿਤ ਵੇਲੇ ਜਲ ਪਾਣੀ ਛਕਾਰ ਕੇ ਸੇਵਾ ਕਰਕੇ ਕੋਲ ਬੈਠੇ ਬਚਨ ਵਿਲਾਸ ਕਰ ਰਹੇ ਸੀ। ਪਾਤਸ਼ਾਹ ਕਹਿੰਦੇ, ਮਾਤਾ ਤੇਰਾ ਸਮਾਂ ਸਮਾਪਤ ਹੋ ਗਿਆ ਹੈ, ਹੁਣ ਤੂੰ ਜੋ ਕਰਨਾ ਕਰ ਲੈ। ਤਾਂ ਉਸ ਮਾਤਾ ਨੇ ਗੁਰੂ ਪਿਆਰਿਓ ਵੇਖਿਆ, ਪਾਤਸ਼ਾਹ ਦੇ ਦੱਸਣ ਮੁਤਾਬਕ ਜਦੋਂ ਹੀ ਉਸਨੇ ਨਮਸਕਾਰ ਕੀਤੀ ਚਰਨਾਂ ਤੇ ਸਰੀਰ ਛੱਡ ਗਈ। ਕਹੋ ਸਤਨਾਮ ਜੋਤੀ ਜੋਤ ਸਮਾ ਗਈ, ਪਾਤਸ਼ਾਹ ਦੇ ਵਿੱਚ ਮਿਲ ਗਈ, ਰੂਹ ਉਸ ਦੀ ਨਿਕਲ ਗਈ ਸਰੀਰ ਨੂੰ ਤਿਆਗ ਕੇ। ਤਾਂ ਗੁਰੂ ਸਮਰੱਥ ਹੈ, ਗੁਰ ਦਾਤਾ ਸਮਰੱਥ ਗੁਰ ਗੁਰ ਸਭ ਮੈਂ ਰਿਹਾ ਸਮਾਏ। ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰੂ ਰੱਬ ਵੀ ਹੈ। ਇੱਧਰ ਗੁਰ ਬ੍ਰਹਮ ਹੈ ਤੇ ਪਰਲੇ ਪਾਸੇ ਪਾਰ ਬ੍ਰਹਮ ਹੈ। ਇੱਥੇ ਗੁਰੂ ਹੈ ਤੇ ਉੱਥੇ ਰੱਬ ਹੈ। ਜਿਵੇਂ ਸ਼ਾਹਜਹਾਂ ਨੂੰ ਸਾਈਂ ਮੀਆਂ ਮੀਰ ਨੇ ਦੱਸਿਆ ਸੀਗਾ। ਸ਼ਾਹਜਹਾਂ ਕਹਿੰਦਾ ਸਾਈਂ ਮੀਆਂ ਮੀਰ ਨੂੰ, ਤੂੰ ਸਿੱਖਾਂ ਦੇ ਗੁਰੂ ਨੂੰ ਆਪਣੀ ਗੱਦੀ ਤੇ ਕਿਉਂ ਬਿਠਾਇਆ? ਅਸੀਂ ਤੇਰਾ ਸਤਿਕਾਰ ਕਰਦੇ ਹਾਂ, ਤੂੰ ਸਾਡਾ ਵੱਡਾ ਹੈ, ਤੂੰ ਉਸ ਨੂੰ ਵੱਡਾ ਕੀਤਾ। ਤੇ ਸਾਈਂ ਮੀਆਂ ਮੀਰ ਕਹਿਣ ਲੱਗਿਆ, ਜਿਸ ਨੂੰ ਤੁਸੀਂ ਇੱਥੇ ਸਿੱਖਾਂ ਦਾ ਪੀਰ, ਸਿੱਖਾਂ ਦਾ ਗੁਰੂ ਕਹਿੰਦੇ ਹੋ, ਇਹੀ ਅਕਾਲ ਪੁਰਖ ਹੈ, ਇਹੀ ਅੱਲਾ ਹੈ ਦਰਗਾਹ ਦੇ ਵਿੱਚ। ਕੱਲ੍ਹ ਨੂੰ ਅਸੀਂ ਛੱਡ ਕੇ ਜਾਵਾਂਗੇ ਤੇ ਇਹਦੇ ਕੋਲ ਹੀ ਜਾਣਾ ਹੈ। ਇਹ ਤਾਂ ਫਿਰ ਜਿਨ੍ਹਾਂ ਦੀ ਅੱਖ ਨੇ ਵੇਖ ਲਿਆ ਉਹਨਾਂ ਨੂੰ ਪਤਾ ਨਾ। ਪੰਜਵੇਂ ਪ੍ਰੀਤਮ ਕਹਿੰਦੇ, ਗੁਰੂ ਕੌਣ ਹੈ? ਗੁਰੂ ਪਰਮੇਸ਼ਰ ਵੀ ਹੈ ਤੇ ਗੁਰੂ ਮਾਤ ਲੋਕ ਦੇ ਵਿੱਚ ਗੁਰੂ ਹੈ। ਗੁਰੂ ਡੁੱਬਦਿਆਂ ਨੂੰ ਉਤਾਰ ਲੈਂਦਾ, ਪਾਪੀਆਂ ਦਾ ਵੀ ਉਧਾਰ ਕਰ ਲੈਂਦਾ। ਜਿਵੇਂ ਇੱਕ ਵਾਰ ਦੀ ਗੱਲ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ ਆਪਣੇ ਸਾਥੀਆਂ ਸਮੇਤ ਯਾਤਰਾ ਦੌਰਾਨ ਇੱਕ ਨਗਰ ਵਿੱਚ ਪਹੁੰਚੇ, ਜਿਸ ਨਗਰ ਨੂੰ ਠੱਗਾਂ ਦਾ ਨਗਰ ਕਹਿੰਦੇ ਸੀ। ਜਿਹੜਾ ਵੀ ਕੋਈ ਬਾਹਰਲਾ ਬੰਦਾ ਉਸ ਨਗਰ ਵਿੱਚ ਆ ਜਾਂਦਾ, ਪਿੰਡ ਵਾਲੇ ਉਸ ਨੂੰ ਲੁੱਟ ਲੈਂਦੇ।
ਭੁਲੋ ਕੇ ਠੱਗ ਲੈਂਦੇ ਤੇ ਪਾਤਸ਼ਾਹ ਜਾਣ ਬੁੱਝ ਕੇ ਠਗਾਉਣ ਵਾਸਤੇ ਚਲੇ ਗਏ। ਇਹ ਕੌਤਕ ਰਚਿਆ। ਭਾਈ ਮਰਦਾਨੇ ਨੂੰ ਇਸਤਰੀ ਦਾ ਰੂਪ ਦੇ ਦਿੱਤਾ ਔਰ ਉਸ ਦੇ ਸਰੀਰ ਤੇ ਸੁੰਦਰ ਗਹਿਣੇ ਪਾ ਦਿੱਤੇ, ਸ਼ਿੰਗਾਰ ਕਰ ਦਿੱਤਾ। ਆਪ ਲਾੜਾ ਬਣ ਗਏ। ਭਾਈ ਬਾਲਾ ਜੀ ਨਾਲ ਸਮਾਨ ਚੱਕਿਆ ਹੋਇਆ ਮੋਢੇ ਤੇ, ਜਿਵੇਂ ਕੋਈ ਨਵਾਂ ਵਿਆਹਿਆ ਜਾ ਰਿਹਾ ਹੋਵੇ, ਇੱਦਾਂ ਦਾ ਰੂਪ ਧਾਰ ਲਿਆ। ਤੇ ਉਹ ਠੱਗਾਂ ਨੇ ਪਿੰਡ ਵਿੱਚ ਜਾ ਕੇ ਕਿਸੇ ਨੂੰ ਪੁੱਛਦੇ ਐ, ਭਾਈ ਅਸੀਂ ਰਾਤ ਕੱਟਣੀ ਸੀ। ਜਦੋਂ ਵੇਖਿਆ ਵੀ ਇਹ ਕੋਈ ਨਵਾਂ ਵਿਆਹਣ ਲੱਗਦਾ ਹੈ, ਲੜਕੀ ਦੇ ਬੜਾ ਸੋਨਾ ਪਾਇਆ ਹੋਇਆ ਹੈ, ਇਹ ਤਾਂ ਜੀ ਆਪਣੇ ਪਿੰਡ ਵਿੱਚ ਕਿਤੇ ਵੀ ਰੋਗੇ, ਸਾਰੇ ਪਿੰਡ ਵਾਲਿਆਂ ਦਾ ਏਕਾ ਕੀਤਾ, ਜਿਹੜਾ ਮਰਜ਼ੀ ਲੁੱਟੇ ਮਾਰੇ ਠੱਗੇ ਹੱਥ ਨੇ ਸਾਰੇ ਵੰਡ ਲੈਂਦੇ। ਫਿਰ ਤਾਂ ਅੱਜ ਇਹਨਾਂ ਨੇ ਵੇਖਿਆ ਤਾਂ ਵਧੀਆ ਸ਼ਿਕਾਰ ਆਪੇ ਫਸ ਰਿਹਾ ਹੈ। ਪਾਤਸ਼ਾਹ ਕਹਿੰਦੇ ਭਾਈ ਰਾਤ ਕੱਟਣੀ ਸੀ। ਠੱਗ ਕਹਿੰਦੇ ਆਓ ਜੀ ਆਓ। ਚਿਹਰੇ ਤੇ ਲਾਲੀ। ਸੋਚਿਆ ਕੋਈ ਇਹ ਮਹਾਨ ਅਮੀਰ ਬੰਦਾ ਹੈ ਤੇ ਰਾਤ ਕਟਾਉਣ ਲਈ ਆਪਣੇ ਘਰ ਰੱਖ ਲਿਆ। ਉਹਨਾਂ ਦਾ ਖਿਆਲ ਸੀ ਇਹਨਾਂ ਨੂੰ ਕੁਝ ਖਵਾ ਦਿਆਂਗੇ ਖਾਣੇ ਵਿੱਚ, ਜਾਂ ਇਹਨਾਂ ਨੂੰ ਰਾਤ ਨੂੰ ਲੁੱਟ ਲਵਾਂਗੇ। ਪਾਤਸ਼ਾਹ ਨੇ ਕੁਝ ਛਕਿਆ ਤਾਂ ਨਾ ਉਹਨਾਂ ਦੇ ਘਰ। ਉਡੀਕਦੇ ਰਹੇ, ਕੋਈ ਨਹੀਂ, ਜਦ ਸੌਂ ਗਏ ਫਿਰ ਮਾਰ ਦੇਵਾਂਗੇ। ਅਖੀਰ ਗੁਰੂ ਪਿਆਰਿਓ ਇਹਨਾਂ ਨੂੰ ਐਸੀ ਨੀਂਦ ਆਈ ਠੱਗਾਂ ਨੂੰ ਕਿ ਇਹਨਾਂ 'ਚੋਂ ਕੋਈ ਉੱਠਿਆ ਹੀ ਨਾ। ਤੇ ਪਾਤਸ਼ਾਹ 4 ਵਜੇ ਉੱਠ ਕੇ ਸਵੇਰੇ ਤੁਰ ਗਏ। ਨਾ ਦੂਜੇ ਜਦ ਠੱਗ ਉੱਠੇ, ਜਦੋਂ ਪਿੰਡ ਵਾਲੀ ਸੀ ਉੱਠੇ ਤੇ ਉਹਨਾਂ ਦੇ ਘਰ ਆਏ ਵੀ ਲਿਆ ਸਮਾਨ ਕਿੱਥੇ ਆ, ਲੁੱਟਿਆ ਹੋਇਆ। ਉਹ ਕਹਿਣ ਲੱਗਿਆ ਯਾਰ ਲੁੱਟਿਆ ਹੀ ਨਹੀਂ ਗਿਆ, ਉਹ ਤਾਂ ਚੋਰੀ ਨਿਕਲ ਗਏ ਰਾਤ ਨੂੰ। ਕਹਿੰਦੇ ਇਹ ਕਿਵੇਂ ਹੋ ਸਕਦਾ ਹੈ, ਤੂੰ ਜਾਣ ਬੁੱਝ ਕੇ ਬਦਨੀਤ ਹੋ ਗਿਆ। ਕਹਿੰਦਾ ਨਹੀਂ ਮੈਂ ਝੂਠ ਨਹੀਂ ਬੋਲਦਾ, ਸਾਨੂੰ ਤਾਂ ਨੀਂਦ ਹੀ ਐਸੀ ਆ ਗਈ ਕਿ ਸਾਨੂੰ ਜਾਗ ਹੀ ਨਹੀਂ ਆਈ। ਤਾਂ ਗੁਰੂ ਪਿਆਰਿਓ ਫਿਰ ਵੇਖਿਆ ਵਾਕਿਆ ਇੱਧਰ ਨੂੰ ਨਿਕਲੇ ਆ ਤੇ ਮਗਰ ਮਗਰ ਗਏ ਤੇ ਅੱਗੇ ਜਾ ਕੇ ਜਾਂਦੇ ਵੇਖਿਆ ਤੇ ਆਵਾਜ਼ ਮਾਰੀ ਖੜ ਜਾਓ, ਉਹ ਯਾਤਰੀਓ ਖੜ ਜਾਓ। ਤੇ ਪਾਤਸ਼ਾਹ ਖੜ ਗਏ। ਹਾਂ ਦੱਸੋ। ਕਹਿੰਦੇ ਤੁਸੀਂ ਸਾਡਾ ਘਰ ਲੁੱਟ ਲਿਆ ਏ? ਕਹਿੰਦੇ ਨਹੀਂ ਇਸ ਤਾਂ ਕੁਝ ਨਹੀਂ ਲੁੱਟਿਆ। ਕਹਿੰਦੇ ਨਹੀਂ ਲੁੱਟਿਆ, ਆ ਜੋ ਤੁਹਾਡੇ ਪਾਇਆ ਧਰ ਦਿਓ, ਲਾ ਕੇ ਰੱਖ ਦਿਓ ਇੱਥੇ, ਨਹੀਂ ਤਾਂ ਮਾਰ ਦਿਆਂਗੇ। ਪਾਤਸ਼ਾਹ ਕਹਿੰਦੇ ਅੱਛਾ ਭਾਈ ਦੇਖੋ ਅਸੀਂ ਆਪੇ ਤਾਂ ਲਾ ਕਹਿੰਦੇ ਤੁਸੀਂ ਲਾ ਲਿਓ, ਸਾਨੂੰ ਪਹਿਲਾਂ ਮਾਰ ਦਿਓ ਫਿਰ ਲਾ ਲਿਓ, ਪਰ ਮਾਰਨ ਤੋਂ ਬਾਅਦ ਸਾਡਾ ਸੰਸਕਾਰ ਤਾਂ ਕਰ ਦਿਓਗੇ। ਉਹ ਕਹਿਣ ਲੱਗੇ ਅਸੀਂ ਮਾਰਨ ਨੂੰ ਫਿਰਦੇ ਆ, ਸੰਸਕਾਰ ਕਰਾਉਣ ਨੂੰ ਫਿਰਦੇ ਆ। ਸੰਸਕਾਰ ਕਿਵੇਂ ਕਰਾਂਗੇ, ਸਾਡੇ ਕੋਲ ਅੱਗ ਹੈ ਨਹੀਂ। ਕਹਿੰਦੇ ਪਾਤਸ਼ਾਹ ਨੇ ਉਂਗਲ ਕੀਤੀ, ਕਹਿੰਦੇ ਉਹ ਧੂੰਆਂ ਜਿਹਾ ਨਿਕਲ ਰਿਹਾ, ਉੱਥੇ ਅੱਗ ਹੋਊਗੀ। 4 ਜਣੇ ਸੀ ਮਗਰ ਭੱਜੇ। ਉਹਨਾਂ ਨੂੰ ਕਹਿੰਦੇ ਜਾਓ 2 ਜਣੇ ਅੱਗ ਲੈ ਕੇ ਆਓ ਪਹਿਲਾਂ ਉੱਥੋਂ, ਸਾਨੂੰ ਤਸੱਲੀ ਹੋ ਜੇ ਵੀ ਤੁਸੀਂ ਮਾਰ ਕੇ ਸਾਨੂੰ ਸੰਸਕਾਰ ਕਰ ਦਿਓਗੇ, ਰੁਲੀ ਜਾਵਾਂਗੇ, ਸਾਡੇ ਸਰੀਰ ਰੁਲ ਜਾਣਗੇ ਇੱਥੇ। ਉਹ 2 ਜਣੇ ਜਦ ਅੱਗ ਲੈਣ ਗਏ ਨਾ ਤਾਂ ਕੀ ਵੇਖਦੇ, ਉਹ ਇੱਕ ਚਿਖਾ ਸੀ ਤੇ ਚਿਖਾ ਦੇ ਕੋਲ ਇੱਕ ਜੀਵ ਆਤਮਾ ਨੂੰ ਜਮਦੂਤ ਕੁੱਟ ਰਹੇ ਨੇ। ਇਹ ਡਰ ਗਏ ਵੀ ਇਹ ਕੀ ਗੱਲ ਬਣੀ ਯਾਰ, ਇਹ ਕੌਣ ਹੈ, ਬੜੇ ਭਿਆਨਕ ਸਰੂਪ ਹੈ ਇਹਨਾਂ ਦੇ, ਡਰਾਵਣੇ ਤੇ ਕੁੱਟ ਰਹੇ ਨੇ। ਔਰ ਪਾਸੇ ਪਾਸੇ ਦੀ ਟੱਪ ਕੇ ਚਿਖਾ ਦੇ ਵੱਲ ਚਲੇ ਗਏ ਤੇ ਅੱਗ ਚੱਕ ਕੇ ਮੁੜਿਆ। ਜਦ ਮੁੜ ਕੇ ਆਉਂਦੇ ਆ ਤੇ ਫਿਰ ਉਹੀ ਜਮਦੂਤ ਜਿਹੜੇ ਹਨ ਉਹ ਤਾਂ ਖਤਮ ਹੋ ਗਏ। ਕੁਝ ਹੋਰ ਦੇਵਤੇ ਜੇ ਬੰਦੇ, ਸੋਹਣੇ ਜੇ ਬੰਦੇ ਉਹਨੂੰ ਹੱਥ ਬੰਨ੍ਹ ਕੇ ਕਹਿ ਰਹੇ ਆ ਭਾਈ ਸਾਹਿਬ ਗਲਤੀ ਹੋ ਗਈ, ਸਾਥੋਂ ਲੇਟ ਹੋ ਗਏ, ਤੁਸੀਂ ਪਾਲਕੀ 'ਚ ਬੈਠੋ। ਹੁਣ ਜਮਦੂਤ ਭੱਜ ਗਏ ਤੇ ਉਹ ਦੇਵਤੇ ਉਹਨੂੰ ਪਾਲਕੀ 'ਚ ਬਿਠਾਉਂਦੇ ਐ। ਇਹ ਬੰਦੇ ਹੈਰਾਨ ਹੋਏ, ਠੱਗ ਕੋਲੇ ਜਾ ਕੇ ਪੁੱਛਦੇ ਆ ਭਾਈ ਸਾਹਿਬ ਇਹ ਕੀ ਗੱਲ ਹੈ, ਹੁਣੇ ਤਾਂ ਇਸ ਨੂੰ ਕੋਈ ਕੁੱਟੀ ਜਾਂਦੇ ਸੀ ਭੈੜੇ ਬੰਦੇ ਤੇ ਹੁਣ ਤੁਸੀਂ ਇਹਨੂੰ ਲੈਣ ਵਾਸਤੇ ਆ ਰਹੇ ਹੋ, ਮਿੰਨਤਾਂ ਕਰ ਰਹੇ ਹੋ, ਗੱਲ ਕੀ ਹੈ? ਉਹ ਦੇਵਤੇ ਲੋਕ ਕਹਿਣ ਲੱਗੇ ਵੀ ਇਹਨਾਂ ਦੇ ਉੱਤੇ ਗੁਰੂ ਨਾਨਕ ਦੀ ਕਿਰਪਾ ਹੋ ਗਈ। ਗੁਰੂ ਨਾਨਕ ਨੇ ਇਹਨਾਂ ਵੱਲ ਉਂਗਲ ਕਰ ਦਿੱਤੀ। ਗੁਰੂ ਨਾਨਕ ਨੇ ਇਹਨਾਂ ਵੱਲ ਜਦ ਵੇਖਿਆ ਤਾਂ ਇਹ ਬਖਸ਼ਿਆ ਗਿਆ। ਕਹਿਣ ਲੱਗੇ ਕੌਣ ਹੈ ਇਹ? ਕਹਿੰਦੇ ਬਹੁਤ ਵੱਡਾ ਪਾਪੀ ਸੀ। ਉਹਨਾਂ ਦੂਤਾਂ ਨੇ, ਦੇਵਤਿਆਂ ਨੇ ਕਿਹਾ ਕਿ ਇਹ ਬਹੁਤ ਵੱਡਾ ਪਾਪੀ ਸੀ, ਇਹ ਤਾਂ ਸਜ਼ਾ ਦੇਣ ਦੇ ਲਾਇਕ ਸੀਗਾ। ਪਰ ਗੁਰੂ ਨਾਨਕ ਨੇ ਇਹਨਾਂ ਵੱਲ ਹੱਥ ਕਰ ਦਿੱਤਾ। ਉਹ ਠਾਕ ਕਹਿੰਦੇ ਵੀ ਉਹ ਕਿੱਥੇ ਹੈ, ਗੁਰੂ ਨਾਨਕ ਕੌਣ ਹੈ?
ਉਹ ਦੂਤ ਕਹਿਣ ਲੱਗੇ ਜਿਹੜੇ ਉਹ 3 ਬੰਦੇ ਖੜੇ ਆ ਉਹਨਾਂ 'ਚ ਇੱਕ ਨਾਨਕ ਹੈ। ਉਹ ਰੱਬ ਹੈ, ਪਰਮੇਸ਼ਰ ਹੈ, ਜਿਹਦੇ ਵੱਲ ਉਹਦੀ ਕਿਰਪਾ ਦ੍ਰਿਸ਼ਟੀ ਹੋ ਜੇ, ਹੱਥ ਹੋ ਜਾਵੇ, ਉਹ ਬਖਸ਼ਿਆ ਜਾਂਦਾ। ਉਹ ਕਹਿੰਦੇ ਇਸ ਤਾਂ ਉਹਨਾਂ ਨੂੰ ਮਾਰਨ ਨੂੰ ਫਿਰਦੇ ਆ। ਕਹਿੰਦੇ ਭਲਿਓ ਮਾਨਸੋ, ਫਿਰ ਤਾਂ ਤੁਸੀਂ ਬਹੁਤ ਵੱਡੇ ਪਾਪੀ ਹੋਵੋਗੇ, ਤੁਹਾਨੂੰ ਬਖਸ਼ਣ ਵਾਲਾ ਕੋਈ ਨਹੀਂ ਹੋਵੇਗਾ। ਇਸ ਕਰਕੇ ਜਾਓ ਤੁਸੀਂ ਉਹਨਾਂ ਤੋਂ ਮਾਫੀ ਮੰਗੋ। ਉਹਨਾਂ ਨੇ ਅੱਗ ਤਾਂ ਸਿੱਟ ਦਿੱਤੀ ਤੇ ਭੱਜ ਕੇ ਆ ਕੇ ਸਤਿਗੁਰਾਂ ਦੇ ਪੈਰੀ ਪੈ ਗਏ। ਕਹਿੰਦੇ ਜੀ ਮਾਫ ਕਰ ਦਿਓ। ਦੂਜੇ ਠੱਗ ਹੈਰਾਨ ਵੀ ਕੀ ਗੱਲ ਹੋ ਗਈ। ਕਹਿੰਦੇ ਯਾਰ ਇਹ ਤਾਂ ਬਖਸ਼ਣ ਵਾਲੇ ਨੇ, ਮਹਾਰਾਜ ਹੈ, ਤਾਂ ਪਰਮੇਸ਼ਰ ਰੱਬ ਦੇ ਰੂਪ ਹੈ, ਆਪਾਂ ਇਹਨਾਂ ਨੂੰ ਮਾਰਦੇ ਸੀਗੇ। ਸਾਰੀ ਕਹਾਣੀ ਸੁਣਾਈ। ਚਰਨ ਗਏ ਜਿਨ ਸਤਿਗੁਰ ਕੇ, ਜੁਗ ਲੋਕਨ ਕੇ ਸੁਖ ਪਲ ਮੇ ਪਾਵਤ। ਜਿਨ੍ਹਾਂ ਨੇ ਗੁਰੂ ਦੇ ਚਰਨ ਫੜ ਲਏ, ਦੋਹਾਂ ਲੋਕਾਂ ਦੇ ਸੁੱਖ ਉਹਨਾਂ ਨੂੰ 1 ਮਿੰਟ ਵਿੱਚ ਮਿਲ ਜਾਂਦੇ ਨੇ। ਜਿਨ ਕੇ ਬਾਸੋ ਨਰ ਮੁਗ ਤਰੇ, ਠਗ ਪਾਪੀ ਲੋਭੀ ਗਵਨ ਮਿਟਾਵਤ। ਜਿਨ੍ਹਾਂ ਦੇ ਬਚਨ ਸੁਣਿਆ, ਠੱਗ ਲੋਭੀ ਲਾਲਚੀ ਪਾਪੀ ਸਾਰੇ ਤਰ ਜਾਂਦੇ ਹਨ। ਪਸ਼ੂ ਪ੍ਰੇਤ ਮੁਗਤ ਕੋ ਤਾਰੇ, ਪਾਹਣ ਪਾਰ ਉਤਾਰੇ। ਨਾਨਕ ਦਾਸ ਤੇਰੀ ਸ਼ਰਨਾਈ, ਸਦਾ ਸਦਾ ਬਲਿਹਾਰੇ ਦੇ ਮਹਾਵਾਕ ਅਨੁਸਾਰ। ਗੁਰੂ ਪਿਆਰਿਓ, ਠੱਗ ਪੈਰੀ ਪੈ ਗਏ, ਮਾਫੀਆਂ ਮੰਗਦੇ ਆ। ਫਿਰ ਪਾਤਸ਼ਾਹ ਨੂੰ ਵਾਪਸ ਪਿੰਡ ਵਿੱਚ ਲੈ ਗਏ ਔਰ ਪਿੰਡ ਵਿੱਚ ਲਿਜਾ ਕਰਕੇ ਫਿਰ ਉਹਨਾਂ ਸਾਰੇ ਪਿੰਡ ਵਾਸੀਆਂ ਨੂੰ ਦੱਸਿਆ। ਪਾਤਸ਼ਾਹ ਜੀ ਨੇ ਉਹ ਮਰਦਾਨੇ ਨੂੰ ਬਦਲ ਦਿੱਤਾ। ਕਹਿੰਦੇ ਇਹ ਤਾਂ ਕੌਤਕ ਰਚਿਆ ਸੀ, ਇੱਕ ਕਿਹੜਾ ਸੋਨਾ ਤੇ ਕਿਹੜਾ ਚਾਂਦੀ। ਇਸ ਤਰ੍ਹਾਂ ਉਹਨਾਂ ਪਿੰਡ ਵਾਲੇ ਪਾਪੀਆਂ ਨੂੰ ਉਤਾਰ ਦਿੱਤਾ। ਗੁਰੂ ਇੰਨੀ ਤਾਕਤ ਰੱਖਦਾ। ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲਏ ਤਰਾਏ। ਜਿਵੇਂ ਉਸ ਪਾਪੀ ਰੂਹ ਨੂੰ ਜਿਹਨੇ ਨਰਕਾਂ ਨੂੰ ਜਾਣਾ ਸੀ, ਗੁਰੂ ਦੀ ਨਜ਼ਰ ਪੈ ਗਈ ਤੇ ਮਾਫ ਕਰ ਦਿੱਤਾ ਉਸ ਨੂੰ। ਭਾਈ ਸਾਹਿਬ ਅੱਗੇ 5ਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਲਿਖਦੇ ਹਨ, ਕਿਤਮੋ ਗੁਰਸਾ ਲਾਹੀਏ ਕਰਨ ਕਾਰਨ ਸਮਰੱਥ। ਐਸੇ ਗੁਰੂ ਦੀ ਕਿਆ ਮਹਿਮਾ ਕਰਾਂ, ਮੈਂ ਕਿਵੇਂ ਕਰਾਂ। ਉਹ ਸਰਬ ਕਲਾ ਸਮਰੱਥ ਹੈ। ਸੇ ਮੱਥੇ ਨਿਸ਼ਚਲ ਰਹੇ, ਉਹ ਮੱਥੇ ਸਥਿਰ ਹੋ ਗਏ ਸਦਾ ਸਦਾ ਲਈ, ਦੁਨੀਆ ਵਿੱਚ ਅਮਰ ਹੋ ਗਏ। ਜਿਨ ਗੁਰ ਧਾਰਿਆ ਹੱਥ, ਜਿਨ੍ਹਾਂ ਨੇ ਸਿਰ ਤੇ ਗੁਰੂ ਦਾ ਹੱਥ ਟੇਕ ਗਿਆ। ਗੁਰ ਅੰਮ੍ਰਿਤ ਨਾਮ ਪਿਆਲਿਆ, ਜਦੋਂ ਗੁਰੂ ਨੇ ਸਿਰ ਤੇ ਹੱਥ ਰੱਖ ਕੇ ਅੰਮ੍ਰਿਤ ਦੀ ਦਾਤ ਦਿੱਤੀ। ਜਨਮ ਮਰਨ ਕਾ ਪਥ, ਜੰਮਣ ਮਰਨ ਦਾ ਰਸਤਾ ਹੀ ਕੱਟਿਆ ਗਿਆ। ਜੰਮਣਾ ਮਰਨਾ ਹੀ ਖਤਮ ਹੋ ਗਿਆ। ਗੁਰ ਪਰਮੇਸ਼ਰ ਸੇਵਿਆ, ਭੈ ਭੰਜਨ ਦੁੱਖ ਲੱਥ। ਜਿਨ੍ਹਾਂ ਨੇ ਗੁਰੂ ਨੂੰ ਸਿਮਰ ਲਿਆ, ਉਹਨਾਂ ਦੇ ਸਾਰੇ ਡਰ ਦੁੱਖਾਂ ਦਾ ਖਾਤਮਾ ਹੋ ਗਿਆ। ਸਤਿਗੁਰ ਗਹਿਰ ਗੰਭੀਰ ਹੈ, ਸੁਖ ਸਾਗਰ ਅਗ ਖੰਡ। ਜਿਹੜਾ ਸਤਿਗੁਰ ਹੈ ਬੜਾ ਡੂੰਘਾ ਹੈ, ਬੜਾ ਵਿਸ਼ਾਲ ਹੈ, ਬੜਾ ਬੇਅੰਤ ਹੈ। ਸੁੱਖਾਂ ਦਾ ਸਾਗਰ ਹੈ, ਪਾਪਾਂ ਦੇ ਖੰਡਣ ਵਾਲਾ ਹੈ। ਜਿਨ ਗੁਰ ਸੇਵਿਆ ਆਪਣਾ, ਜਮਦੂਤ ਨਾ ਲਾਗੈ ਡੰਡ। ਜਿਨ੍ਹਾਂ ਨੇ ਗੁਰੂ ਨੂੰ ਸਿਮਰ ਲਿਆ, ਉਹਨਾਂ ਨੂੰ ਜਮਦੂਤ ਵੀ ਸਜ਼ਾ ਨਹੀਂ ਦੇ ਸਕਦੇ। ਜਿਸ ਤਰ੍ਹਾਂ ਠੱਗਾਂ ਨੇ ਆਪਣੀਆਂ ਅੱਖਾਂ ਨਾਲ ਇੱਕ ਪਾਪੀ ਰੂਹ ਨੂੰ ਜਮਦੂਤ ਕੁੱਟ ਰਹੇ ਸੀ। ਕਹਿੰਦੇ ਜਦੋਂ ਗੁਰੂ ਨਾਨਕ ਨੇ ਉਂਗਲ ਕੀਤੀ, ਇਸ਼ਾਰਾ ਕੀਤਾ, ਤੇ ਜਮਦੂਤ ਵੀ ਉਹਨੂੰ ਛੱਡ ਕੇ ਚਲੇ ਗਏ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਨ ਗੁਰ ਸੇਵਿਆ ਆਪਣਾ, ਜਮਦੂਤ ਨਾ ਲਾਗੈ ਡੰਡ। ਗੁਰ ਨਾਲ ਤੁਲ ਨਾ ਲੱਗਈ, ਖੋਜ ਡਿੱਠਾ ਬ੍ਰਹਿਮੰਡ। ਗੁਰੂ ਦੇ ਤੁਲ ਕੁਛ ਵੀ ਨਹੀਂ ਹੈ। ਗੁਰੂ ਗੁਰੂ ਗੁਰ ਜੰਮਣ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਈ ਨਾ ਮਿਟੈ ਦਾਤ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਗੁਰੂ ਦੇ ਬਰਾਬਰ ਸੰਸਾਰ 'ਚ ਕੁਛ ਵੀ ਨਹੀਂ ਹੈ। ਖੋਜ ਡਿੱਠਾ ਬ੍ਰਹਿਮੰਡ, ਮੈਂ ਸਾਰੀ ਦੁਨੀਆ ਨੂੰ ਖੋਜ ਕੇ ਦੇਖ ਲਿਆ। ਨਾਮ ਨਿਧਾਨ ਸਤਿਗੁਰ ਦੀਆ, ਸੁਖ ਨਾਨਕ ਮਨ ਮੈਂ ਮੰਡ। ਜਿਨ੍ਹਾਂ ਨੇ ਗੁਰੂ ਨੂੰ ਆਪਣੇ ਮਨ ਵਿੱਚ ਵਸਾ ਲਿਆ, ਮੰਡਣਾ ਹੁੰਦਾ ਰੱਖ ਲੈਣਾ, ਕਬਜ਼ਾ ਕਰ ਲੈਣਾ। ਜਿਨ੍ਹਾਂ ਨੇ ਗੁਰੂ ਨੂੰ ਆਪਣੇ ਮਨ ਵਿੱਚ ਵਸਾ ਲਿਆ, ਜਿਨ੍ਹਾਂ ਦੇ ਮਨ ਤੇ ਗੁਰੂ ਨੇ ਕਬਜ਼ਾ ਕਰ ਲਿਆ, ਜਿਹੜੇ ਗੁਰੂ ਵਾਲੇ ਬਣ ਗਏ, ਉਹਨਾਂ ਨੂੰ ਗੁਰੂ ਨੇ ਨਾਮ ਦਾ ਖਜ਼ਾਨਾ ਦੇ ਦਿੱਤਾ। ਨਾਮ ਨਿਧਾਨ ਸਤਿਗੁਰ ਦੀਆ, ਸੁਖ ਨਾਨਕ ਮਨ ਮੈਂ ਮੰਡ। ਮੰਡ ਮੰਡਾ, ਮੰਡੇ ਪ੍ਰਸ਼ਾਦਿਆਂ ਨੂੰ ਵੀ ਕਹਿੰਦੇ ਆ। ਉਹਨਾਂ ਨੂੰ ਗੁਰੂ ਪਿਆਰਿਓ ਸੁਖ ਦੇਣ ਵਾਲਾ ਪਰਮੇਸ਼ਰ ਦਾ ਨਾਮ ਮਿਲ ਗਿਆ ਮਿੱਠਾ। ਤੋਸਾ
ਤੋਸਾ ਹਰਿ ਕਾ ਨਾਮ ਹੈ। ਇਹ ਹਰੀ ਦੇ ਨਾਮ ਦਾ ਤੋਸਾ ਉਹਨਾਂ ਨੂੰ ਪ੍ਰਾਪਤ ਹੋ ਗਿਆ ਤੇ ਇਸ ਨੂੰ ਲੈ ਕਰਕੇ ਉਹ ਅਗਲੀ ਯਾਤਰਾ ਤੇ ਜਦ ਜਾਂਦੇ ਐ ਫਿਰ ਰਸਤੇ ਵਿੱਚ ਕੋਈ ਦੁੱਖ ਨਹੀਂ ਵਿਆਪਦਾ। ਆਰੰਭ ਕੀਤਾ ਸੀ ਸ਼ਬਦ ਸੰਤ ਜਨੋ ਮਿਲ ਭਾਈਓ ਸੱਚਾ ਨਾਮ ਸੰਭਾਲ ਤੋਸਾ ਬੰਧੋ ਜੀ ਕਾ ਇੱਥੇ ਉੱਥੇ ਨਾਲ ਆਓ ਗੁਰੂ ਪਿਆਰਿਓ। ਹਰੀ ਦੇ ਨਾਮ ਨੂੰ ਜਪਣਾ ਕਰੀਏ। ਇਹ ਸਾਡੇ ਜੀਵਨ ਦੀ ਖੁਰਾਕ ਹੈ, ਸਾਡੀ ਆਤਮਾ ਦੀ ਖੁਰਾਕ ਹੈ ਜਿਹੜੀ ਇੱਥੇ ਵੀ ਕੰਮ ਦਿੰਦੀ ਹੈ ਤੇ ਜਦ ਕੱਲ੍ਹ ਨੂੰ ਸੰਸਾਰ ਛੱਡ ਕੇ ਜਾਵਾਂਗੇ ਫਿਰ ਰਸਤੇ ਵਿੱਚ ਵੀ ਕੰਮ ਦਿੰਦੀ ਹੈ ਤੇ ਇਹੀ ਨਾਮ ਦੀ ਖੁਰਾਕ ਤੁਹਾਨੂੰ ਪਰਮੇਸ਼ਰ ਤੱਕ ਪਹੁੰਚਾ ਦਿੰਦੀ ਆ। ਇਹ ਸੀ ਪਵਿੱਤਰ ਸ਼ਬਦ ਦੇ ਵਿਚਾਰ। ਅਗਲੇ ਸ਼ਬਦ ਦੇ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਮਿਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ